ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਦੇ ਨਾਲ ਅੱਗੇ ਆਪਾਂ 28ਵਾਂ ਚਰਿੱਤਰ ਪੜ੍ਹਦੇ ਹਾਂ। ਉਹਦੇ ਵੀ ਥੋੜੇ ਪਦੇ ਨੇ, 14 ਕੁ। ਚੌ ਪਈ ਅਨੰਤ ਕਥਾ ਮੰਤਰੀ ਇੱਕ ਕਹੀ, ਮੰਤਰੀ ਨੇ ਇੱਕ ਹੋਰ ਕਥਾ ਕਹੀ। ਸੁਨ ਸਭ ਸਭਾ ਮੋਨ ਹੋਵੈ ਰਹੀ, ਜਿਸ ਨੂੰ ਸੁਣ ਕੇ ਸਾਰੀ ਸਭਾ ਖਾਮੋਸ਼ ਹੋ ਗਈ। ਏਕ ਅਹੀਰ ਨਦੀ ਤਟ ਰਹੀ। ਅਹੀਰ ਦਾ ਅਰਥ ਇਹਨਾਂ ਨੇ ਗੁੱਜਰ ਕੀਤਾ ਤੇ ਮਹਾਨ ਕੋਸ਼ ਨੇ ਗੋਪਾਲ ਅਤੇ ਗਵਾਲਾ ਵੀ ਕੀਤਾ ਕਿ ਇੱਕ ਗੁੱਜਰ ਨਦੀ ਦੇ ਕੰਢੇ ਉੱਤੇ ਰਹਿੰਦਾ ਸੀ। ਅਤ ਸੁੰਦਰ ਤਿਹ ਤ੍ਰਿਯ ਜਗ ਕਹਈ, ਉਸ ਦੀ ਇਸਤਰੀ ਜਗਤ ਵਿੱਚ ਬਹੁਤ ਸੁੰਦਰ ਮੰਨੀ ਜਾਂਦੀ ਸੀ। ਦੋਹਰਾ ਰੂਪ ਕੁਰੂਪ ਅਹੀਰ ਕੋ ਸੁੰਦਰਤਾ ਕੀ ਨਾਰ। ਗੁੱਜਰ ਦਾ ਰੂਪ ਕੋਝਾ ਸੀ ਪਰ ਉਸ ਦੀ ਇਸਤਰੀ ਸੁੰਦਰ ਸੀ। ਵਹ ਤਰਨੀ ਇੱਕ ਰਾਵ ਕੋ ਅਟਕੀ ਰੂਪ ਨਿਹਾਰ। ਉਹ ਇਸਤਰੀ ਇੱਕ ਰਾਜੇ ਦਾ ਰੂਪ ਵੇਖ ਕੇ ਉਸ ਦੇ ਪ੍ਰੇਮ ਵਿੱਚ ਫਸ ਗਈ। ਚੌ ਪਈ ਦੁਖਤ ਅਹੀਰ ਨਾਰ ਕੋ ਰਾਖੈ। ਉਹ ਗੁੱਜਰ ਇਸਤਰੀ ਨੂੰ ਦੁਖੀ ਰੱਖਦਾ ਸੀ। ਕੱਟ ਕੱਟ ਬਚਨ ਰੈਣ ਦਿਨ ਪਾਖੈ, ਅਤੇ ਰਾਤ ਦਿਨ ਕੌੜੇ ਬੋਲ ਬੋਲਦਾ ਸੀ। ਗੋਰਸ ਵੇਚਣ ਜਾਨ ਨਾ ਦੇਈ, ਦੁੱਧ ਵੇਚਣ ਲਈ ਵੀ ਉਸ ਨੂੰ ਜਾਨ ਨਹੀਂ ਦਿੰਦਾ ਸੀ। ਛੀਨ ਵੇਚ ਗਹਨਨ ਕਹ ਲਈ, ਉਸ ਦੇ ਗਹਿਣੇ ਵੀ ਖੋਹ ਕੇ ਵੇਚ ਦਿੱਤੇ ਸਨ। ਅੜਿਲ ਸੂਰ ਛੱਟ ਤਿਹ ਨਾਮ ਤਰਨ ਕੋ ਜਾਨੀਐ। ਉਸ ਇਸਤਰੀ ਦਾ ਨਾਂ ਸੂਰ ਛੱਟ ਸੀ। ਇਸ ਤੋਂ ਪਹਿਲਾਂ ਵੀ ਜਿਹੜੇ ਦਾਸ ਨੇ ਚਰਿੱਤਰ ਪੜ੍ਹੇ ਨੇ ਤੇ ਇਹ ਜਿੰਨੇ ਨਾਮ ਨੇ ਇਸਤਰੀਆਂ ਦੇ, ਦਾਸ ਨੇ ਮਹਾਨ ਕੋਸ਼ ਵਿੱਚ ਵੇਖੇ ਨੇ ਤੇ ਮੈਨੂੰ ਇਹਨਾਂ ਬਾਰੇ ਕੋਈ ਉਗ ਸੁਗ ਨਹੀਂ ਮਿਲੀ। ਜੇ ਇਹਨਾਂ ਬਾਰੇ ਪਤਾ ਲੱਗਦਾ ਤੇ ਦਾਸ ਜ਼ਰੂਰ ਨਾਲ ਦੱਸੀ ਜਾਂਦਾ ਵੀ ਸੂਰ ਛੱਟ ਕਿੱਥੋਂ ਦੀ ਹੈ। ਤੇ ਹੋਰ ਜਿਹੜੇ ਪਿੱਛੇ ਨਾਮ ਆਏ ਨੇ, ਜਿਵੇਂ ਵਿਓਮ ਕਲਾ ਪਿੱਛੇ ਨਾਮ ਆਇਆ, ਨਿਰਤਮਤੀ 26ਵੇਂ ਚਰਿੱਤਰ ਵਿੱਚ ਆਇਆ, ਪ੍ਰੇਮ ਕੁਵਰੇ 25ਵੇਂ ਚਰਿੱਤਰ ਵਿੱਚ ਆਇਆ, ਤੇ ਹੋਰ ਜਿਹੜਾ ਪਿੱਛੇ ਇੱਥੋਂ ਤੱਕ ਕਿ ਨੂਪ ਕੁਵਰ ਜਿਹੜਾ ਨਾਮ ਹੈ ਉਹ ਵੀ ਕਿਹਦਾ ਹੈ, ਇਹ ਵੀ ਉਹਦੇ ਵਿੱਚ ਕਿਧਰੇ ਪਤਾ ਨਹੀਂ ਲੱਗਾ। ਤੁਹਾਨੂੰ ਸੁਣ ਕੇ ਕਿਸੇ ਨੂੰ ਕੋਈ ਪਤਾ ਲੱਗੇ ਵੀ ਇਹ ਨਾਮ ਇਹ ਕਿੱਥੋਂ ਦੀਆਂ ਇਸਤਰੀਆਂ ਨੇ ਜਾਂ ਇਹਨਾਂ ਦਾ ਕੋਈ ਅੱਗਾ ਪਿੱਛਾ ਕਿੱਥੇ ਹੈ, ਤੇ ਤੁਸੀਂ ਜ਼ਰੂਰ ਕਿਰਪਾ ਕਰਕੇ ਦੱਸਣਾ। ਇਸ ਇਸਤਰੀ ਦਾ ਨਾਮ ਸੂਰ ਛੱਟ ਸੀ। ਛਤਰ ਕੇ ਤੁਨ੍ਰਿਪ ਭਏ ਅਧਿਕ ਹਿਤ ਮਾਨੀਐ। ਅਤੇ ਜਿਸ ਰਾਜੇ ਨਾਲ ਉਸ ਦਾ ਅਧਿਕ ਹਿਤ ਸੀ ਉਸ ਦਾ ਨਾਂ ਛਤਰਕੇਤ ਸੀ। ਛਤਰਕੇਤ ਚੰਦਰ ਭਗਾ ਸਰਿਤਾ ਤਟ ਭੈਸ ਚਰਾਵਈ। ਚੰਦਰ ਭਗਾ ਭਾਵ ਚਨਾਹ, ਚਨਾਹ ਨਦੀ ਦੇ ਕੰਢੇ ਉੱਤੇ ਉਹ ਮਹੀਆਂ ਚਰਾਉਂਦੀ ਸੀ। ਹੋ ਜਹੀ ਰਾਵ ਨਾਵਨ ਹਿਤ ਨਿਤ ਪ੍ਰਤ ਆਵਈ। ਉੱਥੇ ਹੀ ਰਾਜਾ ਨਿਤ ਇਸ਼ਨਾਨ ਕਰਨ ਲਈ ਆਉਂਦਾ ਸੀ। ਚੌ ਪਈ ਗੋਰਸ ਦੁਹਨ ਤ੍ਰਿਯਹਿ ਤਹ ਲਿਆਵੈ। ਦੁੱਧ ਚੋਣ ਲਈ ਉਹ ਇਸਤਰੀ ਮਈਆਂ ਨੂੰ ਉੱਥੇ ਲਿਆਉਂਦੀ ਸੀ।
ਸਮੇਂ ਪਾਏ ਰਾਜਾ ਤਹ ਜਾਵੈ, ਅਤੇ ਮੌਕਾ ਤਾੜ ਕੇ ਰਾਜਾ ਵੀ ਉੱਥੇ ਚਲਾ ਜਾਂਦਾ ਸੀ। ਦੋਹਤ ਛੀਰੇ ਕਟਿਆ ਦੁੱਖ ਦੇਈ, ਦੁੱਧ ਚੋਣ ਵੇਲੇ ਕੱਟੀ ਬਹੁਤ ਤੰਗ ਕਰਦੀ ਸੀ। ਤ੍ਰਿਆ ਕਹ ਭਾਖ ਤਾਹੇ ਗਹਿ ਲਈ, ਤਦ ਉਹ ਗੁੱਜਰ ਇਸਤਰੀ ਨੂੰ ਕੱਟੀ ਪਕੜਨ ਲਈ ਬੁਲਾ ਲੈਂਦਾ। ਤਦ ਉਹ ਗੁੱਜਰ ਇਸਤਰੀ ਨੂੰ ਕੱਟੀ ਪਕੜਨ ਲਈ ਬੁਲਾ ਲੈਂਦਾ। ਦੋਹਰਾ। ਜਬ ਬਹੁ ਚੋਵਤ ਭੈਸ ਕੋ, ਕਰਕੇ ਨੀਚਾ ਸੀਸ। ਜਦੋਂ ਉਹ ਗੁੱਜਰ ਸਿਰ ਨੀਵਾਂ ਕਰਕੇ ਮੱਝ ਦੀ ਧਾਰ ਕੱਢਦਾ, ਤੁਰਤ ਆਨ ਤ੍ਰਿਆ ਕੋ ਭਜੈ, ਬਹੁ ਪੁਰਖਨ ਕੋ ਈਸ। ਤਾਂ ਬਹੁਤ ਲੋਕਾਂ ਦਾ ਸੁਆਮੀ ਅਰਥਾਤ ਰਾਜਾ ਤੁਰਤ ਪਹੁੰਚ ਕੇ ਇਸਤਰੀ ਨਾਲ ਸੰਯੋਗ ਕਰਨ ਲੱਗਦਾ। ਭਾਤ ਤੇ ਰਾਜਾ ਭਜੈ, ਤਾ ਕਹ ਮੋਦ ਬਢਾਈ। ਉਸ ਨਾਲ ਰਾਜਾ ਪ੍ਰਸੰਨਤਾ ਪੂਰਵਕ ਵੱਖ-ਵੱਖ ਢੰਗਾਂ ਦੀ ਰਤੀ ਕਰੀੜਾ ਕਰਦਾ। ਚਿਮਟੇ ਸੁੰਦਰ ਰਮੈ, ਲਪਟੇ ਤ੍ਰਿਯ ਜਾਏ। ਉਸ ਸੁੰਦਰ ਇਸਤਰੀ ਵੀ ਚਿਮਟ ਕੇ ਅਤੇ ਲਿਪਟ ਕੇ ਰਮਣ ਕਰਦੀ। ਚੋਟ ਲੱਗੇ ਮੈਖੀ ਕੰਪੈ, ਦੁਗਧ ਪਰਤ ਛਿਤ ਆਏ। ਸੱਟ ਲੱਗਣ ਨਾਲ ਮੱਝ ਹਿੱਲਦੀ ਸੀ ਅਤੇ ਦੁੱਧ ਧਰਤੀ ਉੱਤੇ ਆ ਪੈਂਦਾ ਸੀ। ਤਾਂ ਗੁਜਰੀ ਨੂੰ ਸੰਗ ਅਹੀਰਨੀ ਬੋਲਤ ਕੋਪ ਬਢਾਏ। ਤਾਂ ਗੁਜਰੀ ਨੂੰ ਗੁੱਸੇ ਨਾਲ ਬੋਲਦਾ ਸੀ। ਅੜਿਲ। ਸੁਨੋ ਅਹੀਰਨ ਬੈਨ ਕਹਾਂ ਤੁਮ ਕਰਤ ਹੋ। ਹੇ ਗੁਜਰੀ, ਮੇਰੀ ਗੱਲ ਸੁਣ, ਤੂੰ ਕੀ ਕਰ ਰਹੀ ਹੈ? ਭੂਮ ਗਿਰਾਵਤ ਦੂਧ, ਨਾ ਮੋਤੇ ਡਰਤ ਹੋ। ਤੂੰ ਧਰਤੀ ਉੱਤੇ ਦੁੱਧ ਡਿੱਗਣ ਦੇ ਰਹੀ ਹੈ, ਤੂੰ ਮੈਥੋਂ ਡਰਦੀ ਨਹੀਂ। ਕਹਿਓ ਤ੍ਰਿਆ ਪਿය ਸਾਥ, ਬਾਤ ਸੁਣ ਲੀਜੀਐ। ਇਸਤਰੀ ਪਤੀ ਨੂੰ ਕਹਿਣ ਲੱਗੀ, ਹੇ ਪ੍ਰਿਯ, ਮੇਰੀ ਗੱਲ ਸੁਣ ਲਵੋ। ਹੋ ਕੱਟੀ ਦੁਖਾਵਤ ਯਾਹੇ, ਪੀਣ ਪੈ ਦੀਜੀਐ। ਇਹ ਕੱਟੀ ਮੱਝ ਨੂੰ ਤੰਗ ਕਰਦੀ ਹੈ, ਇਸ ਨੂੰ ਵੀ ਪੀਣ ਲਈ ਕੁਝ ਦੁੱਧ ਦਿਓ। ਦੋਹਰਾ। ਰਾਵ ਅਹੀਰਨ ਦੋਏ ਤਰੁਣ, ਭੋਗ ਕਰੇ ਸੁਖ ਪਾਏ। ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੰਯੋਗ ਕਰਕੇ ਸੁਖ ਪ੍ਰਾਪਤ ਕਰਦੇ ਹਨ। ਲਪਟੇ ਰਾਜਾ ਰਮੈ, ਚਿਮਟ ਤ੍ਰਿਯ ਜਾਏ। ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ ਚਿਮਟ ਕੇ ਆਨੰਦ ਮਾਣਦੀ ਹੈ। ਡੋਲਤ ਮੈਖੀ ਨਾ ਰਹਿ, ਬੋਲਿਓ ਬਚਨ ਅਹੀਰ। ਜਦ ਮੱਝ ਹਿੱਲਣੋਂ ਨਾ ਰੁਕੀ ਤਾਂ ਅਹੀਰ ਨੇ ਕਿਹਾ, ਕਹਾ ਕਰਤ ਹੋ ਗਵਾਰਨੀ, ਬ੍ਰਿਥਾ ਗਵਾਵਤ ਛੀਰ। ਹੇ ਗਵਾਲਣ, ਕੀ ਕਰਦੀ ਹੈ? ਕਿਉਂ ਵਿਅਰਥ ਵਿੱਚ ਦੁੱਧ ਗਵਾ ਰਹੀ ਹੈ? ਹੋ ਅਹੀਰ ਮੈਂ ਕਿਆ ਕਰੋ, ਕਟਿਆ ਮੋਹਿ ਦੁੱਖ ਦੇਤ। ਇਸਤਰੀ ਨੇ ਕਿਹਾ, ਹੇ ਅਹੀਰ, ਮੈਂ ਕੀ ਕਰਾਂ, ਮੈਨੂੰ ਮੱਝ ਦਾ ਕੱਟਾ ਬਹੁਤ ਤੰਗ ਕਰ ਰਿਹਾ ਹੈ। ਯਾ ਕਹਿ ਚੂੰਘਨ ਦੀਜੀਐ, ਦੁਗਧ ਜੀਵਨ ਕੇ ਹੇਤ। ਇਸ ਲਈ ਇਸ ਨੂੰ ਚੁੰਘਣ ਦੇ, ਦੁੱਧ ਇਹਨਾਂ ਜੀਆਂ ਲਈ ਹੀ ਬਣਿਆ ਹੈ। ਅਧਿਕ ਮਾਨ ਸੁਖ ਘਰ ਗਇਓ, ਰਾਵ ਅਹੀਰ ਨਿਸੰਗ। ਰਾਜਾ ਬਹੁਤ ਸੁਖ ਪ੍ਰਾਪਤ ਕਰਕੇ ਅਤੇ ਗੁੱਜਰ ਨਿਸੰਗ ਹੋ ਕੇ ਘਰਾਂ ਨੂੰ ਚਲੇ ਗਏ। ਯੋ ਕਹਿ ਮੰਤਰੀ ਨਿਰਪਤ ਪਤ, ਪੂਰਨ ਕੀਓ ਪ੍ਰਸੰਗ। ਇਸ ਤਰ੍ਹਾਂ ਮੰਤਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ ਪ੍ਰਸੰਗ ਕਹਿ ਕੇ ਪੂਰਾ ਕੀਤਾ। ਇਸ ਤਰ੍ਹਾਂ ਮੰਤਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ ਪ੍ਰਸੰਗ ਕਹਿ ਕੇ ਪੂਰਾ ਕੀਤਾ।
भेद अहीर ना कछु लह्यो, आयो अपने गृह। गुजर कोई भेद ना समझ के अपने घर आ गया। राम भनै तिन त्रिय भय, अधिक बढ़ायो नेह। राम कवि ਕਹਿੰਦੇ ਹਨ ਕਿ ਉਹ ਗੁੱਜਰ ਆਪਣੀ ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲੱਗਾ। ਇਸ 28ਵੇਂ ਚਰਿੱਤਰ ਦੇ ਅਖੀਰਲੇ 14ਵੇਂ ਪਦੇ ਵਿੱਚ ਕਵੀ ਰਾਮ ਕਹਿੰਦੇ ਨੇ, ਗੁੱਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ। ਰਾਮ ਕਵੀ ਕਹਿੰਦਾ ਹੈ ਕਿ ਉਹ ਗੁੱਜਰ ਆਪਣੀ ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲੱਗਾ। ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਅਖੀਰ ਵਿੱਚ ਵੀ ਆਪ ਪੁਸ਼ਪਕਾ ਲਿਖੀ ਹੋਈ ਹੈ, ਜਿਵੇਂ ਸਾਰਿਆਂ ਦੇ ਪਿੱਛੇ ਲਿਖੀ ਹੁੰਦੀ ਹੈ। ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੋ ਮੰਤਰੀ ਭੂਪ ਸੰਵਾਦੇ 28ਵਾਂ ਚਰਿੱਤਰ ਸਮਾਪਤਮ। ਸਤ ਸ਼ੁਭਮ ਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।